ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਡਹੰਸ ਮਹੱਲਾ ਪੰਜਵਾਂ, ਤੂੰ ਬੇਅੰਤ ਕੋ ਬਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੀ, ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ, ਜਿਸ ਹੈ ਜਨਾਵਹੁ ਤਿਨ ਹੈ ਤੁਮ ਜਾਤੇ। ਸਦਾ ਸਦਾ ਜਾਈ ਬਲਿਹਾਰੀ, ਇਤ ਉਤ ਦੇਖੋ ਓਟ ਤੁਮਾਰੀ। ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ, ਨਾਨਕ ਸਾਧੂ ਦੇਖ ਮਨ ਰਾਤਾ। ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ, ਨਾਨਕ ਸਾਧੂ ਦੇਖ ਮਨ ਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਗਰੀਬ ਨਿਵਾਜ, ਵਾਲੀ ਦੋ ਜਹਾਨ, ਚਾਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ 'ਤੇ ਬਿਰਾਜਮਾਨ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਤਿਅੰਤ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਹਨ, ਅਤੇ ਚੱਲ ਰਹੀ ਲੜੀਵਾਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਵਡਭਾਗਾ ਸਮਾਂ ਬਖਸ਼ਿਆ ਹੈ ਜੀ। ਸ੍ਰੀ ਪਾਵਨ ਸ਼ਬਦ ਵਡਹੰਸ ਰਾਗ ਦੇ ਵਿੱਚ ਹੈ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 562 ਤੋਂ ਆਰੰਭ ਹੋ ਕੇ 563 'ਤੇ ਸੰਪੂਰਨ ਹੈ ਜੀ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਆਓ ਸਰਵਣ ਕਰੀਏ। ਤੂੰ ਬੇਅੰਤ ਕੋ ਬਿਰਲਾ ਜਾਣੈ, ਤੂੰ ਬੇਅੰਤ ਹੈ, ਬਹੁਤ ਵੱਡਾ ਹੈ, ਪਰ ਇਸ ਗੱਲ ਨੂੰ ਸਾਰੇ ਨਹੀਂ ਜਾਣਦੇ। ਬਹੁਤ ਘੱਟ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ। ਹਰ ਇੱਕ ਪੱਖ ਤੋਂ ਵੇਖ ਲਈਏ, ਜਿਹੜਾ ਤੇਰਾ ਸੰਸਾਰ ਬਣਾਇਆ, ਜੋ ਤੂੰ ਰਚਨਾ ਰਚੀ ਹੈ, ਸੋ ਇਹ ਮਨੁੱਖ ਇਸ ਨੂੰ ਸਮਝ ਨਹੀਂ ਸਕਿਆ। ਕੁਦਰਤ ਨੂੰ ਮਨੁੱਖ ਜਾਣ ਨਹੀਂ ਸਕਿਆ, ਅਤੇ ਮਨੁੱਖ ਕੁਦਰਤ ਦਾ ਇੱਕ ਹਿੱਸਾ ਹੈ। ਇਸ ਨੂੰ ਕੁਦਰਤ ਨੇ ਬਣਾਇਆ ਵੀ ਕੁਦਰਤ ਦਾ ਹਿੱਸਾ ਹੈ। ਅਤੇ ਪਿਤਾ ਕਾ ਜਨਮ ਕੇ ਜਾਣੇ ਪੂਤ, ਜਦ ਇਹ ਕੁਦਰਤ ਦਾ ਹਿੱਸਾ ਅਤੇ ਕੁਦਰਤ ਨੂੰ ਕੀ ਜਾਣ ਸਕਦਾ। ਅਤੇ ਕੁਦਰਤ ਕਿਹਦੀ ਬਣਾਈ ਹੋਈ, ਕਿਹਦੀ ਸਾਜੀ ਹੋਈ? ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ। ਪੰਜ ਤੱਤ ਜਿਹੜੇ ਰੱਬ ਨੇ ਬਣਾ ਦਿੱਤੇ ਨੇ, ਪੰਜਾਂ ਤੱਤਾਂ ਦਾ ਹੀ ਇਹ ਭੇਦ ਨਹੀਂ ਜਾਣ ਸਕਿਆ।
ਨਾ ਤਾਂ ਇਹਨੂੰ ਮਿੱਟੀ ਬਾਰੇ ਪੂਰਾ ਗਿਆਨ ਹੈ, ਧਰਤੀ ਬਾਰੇ, ਨਾ ਇਹਨੂੰ ਪਾਣੀਆਂ ਬਾਰੇ, ਨਾ ਅੱਗ ਬਾਰੇ, ਨਾ ਹਵਾ ਬਾਰੇ, ਨਾ ਆਕਾਸ਼ ਬਾਰੇ। ਸੋ ਪੰਜ ਤੱਤ ਦਿਸਦੇ ਹੈ, ਪੰਜ ਤੱਤ ਬਾਹਰ ਵੀ ਅੰਦਰ ਵੀ। ਅੰਦਰ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ। ਕਿੱਡੀ ਵੱਡੀ ਬੇਅੰਤਤਾ ਵਾਲੀ ਬਾਤ ਹੈ। ਪਾਣੀ, ਮਿੱਟੀ, ਅੱਗ, ਹਵਾ, ਇਹ ਚੀਜ਼ਾਂ ਇਕੱਠੀਆਂ ਕਰਤੀਆਂ ਮਹਾਰਾਜ ਨੇ। ਬੱਕਰੀ ਸਿੰਘ ਇਕ ਤੈ ਤੈ ਰਾਖੇ ਮਨ ਹਾਰ, ਜਪ ਭਰਮ ਪਉ ਦੂਰ ਕੀਜੈ। ਝੂਠਾ ਪ੍ਰਪੰਚ ਜੋੜ ਚਲਾਇਆ, ਫਿਰ ਇਹਨਾਂ ਨੂੰ ਜੋੜਿਆ, ਇਹ 'ਚ ਜਾਨ ਪਾਤੀ। ਬੜੀ ਬੇਅੰਤਤਾ ਹੈ। ਸੋ ਜੋ ਵੀ ਉਸਨੇ ਰਚ ਦਿੱਤਾ ਹੈ ਨਾ, ਉਹਦੇ ਵਿੱਚ ਬੇਅੰਤਤਾ ਹੀ ਬੇਅੰਤਤਾ ਹੈ। ਤੇਰੀ ਰਚਨਾ ਦਾ ਅੰਤ ਨਹੀਂ ਕੋਈ ਪਾ ਸਕਦਾ, ਤੇਰੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਅਤੇ ਤੇਰਾ ਅੰਤ ਕੌਣ ਪਾਲੂਗਾ ਜੀ। ਇਸ ਕਰਕੇ ਇਸ ਬਾਤ ਨੂੰ ਬਿਰਲੇ ਜਾਣਦੇ ਨੇ, ਨਹੀਂ ਤਾਂ ਮਨੁੱਖ ਸਾਰੇ ਸੋ ਮੈਂ ਕੀਤਾ, ਤੂੰ ਕੀਤਾ, ਸੋ ਇਹਨਾਂ ਚੀਜ਼ਾਂ 'ਚ ਫਸੇ ਰਹਿੰਦੇ ਨੇ। ਰੱਬ ਵੱਲ ਤਾਂ ਕੋਈ ਨਹੀਂ ਵੀ ਰੱਬ ਨੇ ਕੀਤਾ ਜੋ ਕੀਤਾ ਹੈ। ਮਨੁੱਖ ਜੋ ਕਰਦਾ, ਬੁੱਧੀ ਕਿਹਦੀ ਦਿੱਤੀ ਹੋਈ ਹੈ, ਸੋਚ ਕਿਹਦੀ ਦਿੱਤੀ ਹੋਈ ਹੈ? ਬੁੱਧੀ ਰੱਬ ਦੀ ਦਿੱਤੀ ਹੋਈ ਹੈ। ਜੇ ਬੁੱਧੀ ਨਾ ਹੋਵੇ ਤਾਂ ਕੋਈ ਕਰ ਸਕਦਾ? ਸਰੀਰ ਹੀ ਨਾ ਤੰਦਰੁਸਤ ਰਹੇ ਤੇ ਮਨੁੱਖ ਕੀ ਕਰ ਸਕਦਾ ਦੱਸੋ? ਮੰਜੇ 'ਤੇ ਲੰਮਾ ਪੈ ਜਾਊਗਾ, ਕੁਛ ਨਹੀਂ ਕਰ ਸਕਦਾ ਬੰਦਾ। ਪਰ ਇਸ ਗੱਲ ਨੂੰ ਹੁਣ ਗੁਰਮੁਖ ਜਾਣ ਸਕਦੇ ਨਾ, ਆਮ ਮਨੁੱਖ ਨਹੀਂ ਜਾਣ ਸਕਦਾ। ਉਹ ਹਰ ਇੱਕ ਪੱਖ ਤੋਂ ਦੇਖ ਲਓ, ਰੱਬ ਦੀ ਬੇਅੰਤਤਾ ਹੀ ਬੇਅੰਤਤਾ ਨਜ਼ਰ ਆਉਂਦੀ ਹੈ, ਪਰ ਇਸ ਗੱਲ ਨੂੰ ਕੋਈ ਬਿਰਲਾ ਹੀ ਜਾਣਦਾ ਹੈ। ਗੁਰ ਪ੍ਰਸਾਦ ਕੋ ਸ਼ਬਦ ਪਛਾਣ, ਇੱਥੇ ਚੱਲਦਾ ਹੁਕਮ ਅਕਾਲ ਪੁਰਖ ਦਾ। ਸ਼ਬਦ ਤੋਂ ਭਾਵ ਇੱਥੇ ਹੁਕਮ ਆਵੇਗਾ। ਇੱਥੇ ਸਾਰਾ ਕੁਝ ਹੁਕਮ ਦੇ ਅਧੀਨ ਹੈ। ਕੀ ਚੰਦ, ਸੂਰਜ, ਤਾਰੇ, ਅੱਗ, ਹਵਾ, ਪੌਣ, ਪਾਣੀ, ਸਭ ਕੁਝ ਹੁਕਮ ਦੇ ਅਧੀਨ ਹੈ। ਮਨੁੱਖ ਜੋ ਕੁਝ ਵੀ ਕਰ ਰਿਹਾ, ਉਸ ਦੇ ਹੁਕਮ ਦੇ ਵਿੱਚ ਕਰ ਰਿਹਾ ਹੈ। ਆ 84 ਲੱਖ ਜੂਨ ਅਕਾਲ ਪੁਰਖ ਨੇ 4 ਖਾਣੀਆਂ ਦੁਆਰਾ ਬਣਾਈ ਹੈ। ਉਹਨਾਂ ਦੇ ਜਨਮ, ਉਹਨਾਂ ਦੀਆਂ ਮੌਤਾਂ, ਸਾਰਾ ਕੁਝ ਹੁਕਮ ਦੇ ਵਿੱਚ ਹੈ। ਸੋ ਹੁਣ ਇਹ ਹੁਕਮ ਨੂੰ ਤਾਂ ਫਿਰ ਕੋਈ ਪਛਾਣਦਾ ਨਾ। ਗੁਰ ਪ੍ਰਸਾਦ ਕੋ ਸ਼ਬਦ ਪਛਾਣ, ਹੁਕਮ ਨੂੰ ਸਾਰੇ ਥੋੜ੍ਹੀ ਜਾਣਦੇ ਆ, ਸਾਰੇ ਨਹੀਂ ਜਾਣ ਸਕਦੇ। ਅਤੇ ਹਾਂ, ਸੋ ਕੌਣ ਜਾਣਦਾ? ਮਹਾਰਾਜ ਕਹਿੰਦੇ ਜੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰ ਪ੍ਰਸਾਦ ਕੋ ਕੋਈ ਬਿਰਲਾ। ਸੋ ਸਾਰਿਆਂ 'ਤੇ ਥੋੜ੍ਹੀ ਕਿਰਪਾ ਹੋ ਜਾਣੀ। ਕਰਮ ਅਧੀਨ ਨੇ ਸਾਰੇ। ਜੇ ਤੇ ਕਿਰਪਾ ਹੋ ਜਾਂਦੀ ਹੈ, ਉੱਥੇ ਕਰਮ ਪਾਸੇ ਰਹਿ ਜਾਂਦਾ ਜੀ। ਜੇ ਤੇ ਕਿਰਪਾ ਹੋ ਗਈ, ਉਹਦਾ ਕਰਮਾਂ ਦਾ ਤਾਂ ਚੱਕਰ 'ਚ ਬਾਹਰ ਆ ਗਿਆ। ਉਹਦਾ ਇੱਕ ਵੱਖਰਾ ਰੁਤਬਾ ਹੋ ਜਾਂਦਾ ਹੈ, ਉਹਦੀ ਇੱਕ ਮਮਤਾ ਹੋ ਜਾਂਦੀ। ਅਕਾਲ ਪੁਰਖ ਦੀ ਵੀ ਉਹਨਾਂ ਮਮਤਾ ਹੋ ਜਾਂਦੀ ਹੈ। ਅਕਾਲ ਪੁਰਖ ਦੀ ਆਪਣੇ ਭਗਤਾਂ ਦੀ ਰੱਖਿਆ ਕੀਤੀ, ਮਮਤਾ ਦੇ ਵਿੱਚ ਆ ਕੇ ਕੀਤੀ ਹੈ। ਸੋ ਇੰਝ ਮਮਤਾ, ਇਹਦੀ ਮਮਤਾ ਹੋਏ, ਰੱਬ ਦੀ ਵੀ ਮਮਤਾ ਹੋ ਜਾਂਦੀ। ਪਿਆਰ, ਇਹ ਸੱਚੀ ਮਮਤਾ ਹੈ, ਸੱਚੀ ਮਮਤਾ ਹੈ। ਸੋ ਹੁਣ ਜਿੱਤੇ ਉਹ ਕਿਰਪਾ ਕਰ ਦਿੰਦਾ, ਉਹ ਫਿਰ ਹੁਕਮ ਨੂੰ ਜਾਣ ਜਾਂਦਾ। ਉਹ ਚੰਗਾ ਮਾੜਾ ਕਹਿੰਦੇ ਕੁਝ ਨਹੀਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਕਿਉਂਕਿ ਹੁਕਮ ਨੂੰ ਜਾਣ ਗਿਆ। ਤੂੰ ਮਾੜਾ ਕਰੇ ਨਹੀਂ ਸਕਦਾ, ਕਿਉਂਕਿ ਤੂੰ ਚੰਗਾ ਆ ਨਾ। ਮਾੜਾ ਬੰਦਾ ਮਾੜਾ ਕਰੂਗਾ, ਚੰਗਾ ਬੰਦਾ ਮਾੜੇ ਨੂੰ ਵੀ ਚੰਗਾ ਕਰ ਦਊ। ਚੰਗਾ ਮਾੜਾ ਨਹੀਂ ਕਰ ਸਕਦਾ ਕਦੇ ਵੀ। ਅਕਾਲ ਪੁਰਖ ਨਾਲੋਂ ਵੱਧ ਕੇ ਸਿਆਣਾ, ਸੁਲਝਿਆ ਹੋਇਆ ਤੂੰ ਦਾਨਾ ਬੀਨਾ ਸਾਈਂ ਮੈਂਡਾ, ਹੈ ਨਾ। ਸਿਆਣਾ, ਸੁਲਝਿਆ, ਸਮਝਦਾਰ ਕੌਣ ਹੋ ਸਕਦਾ ਜੀ? ਜਿਹਦੇ 'ਚੋਂ ਸਾਰੀ ਅਕਲ ਪੈਦਾ ਹੁੰਦੀ ਹੈ, ਜਿਹਦੇ ਤੋਂ ਸਾਰੀ ਵਿੱਦਿਆ ਪੈਦਾ ਹੁੰਦੀ, ਜਿਹੜਾ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਅਤੇ ਉਹ ਮਾੜਾ ਕਰ ਜੂ? ਕਦੀ ਵੀ ਨਹੀਂ ਮਾੜਾ ਕਰੂਗਾ। ਨਾਲੇ ਜੀਵਾਂ ਵਾਸਤੇ ਉਹਦੇ ਬਣਾਏ ਹੋਏ ਨੇ, ਆਪਣੇ ਜਿਹੜੇ ਜੀ ਜੰਤ ਸਭ ਦੁੱਧ ਪਾਏ ਉਹਦੇ ਬਣਾਏ ਹੋਏ ਨੇ, ਉਹਨਾਂ ਵਾਸਤੇ ਕਿੱਦਾਂ ਮਾੜਾ ਕਰ ਜੂ? ਨਹੀਂ ਮਾੜਾ ਕਰਦਾ, ਉਹ ਚੰਗਾ ਹੀ ਕਰਦਾ, ਚੰਗਾ ਹੀ ਕਰਦਾ। ਬੰਦਾ ਉੱਕ ਜਾਂਦਾ ਹੈ, ਭੁੱਲਾ ਹੋ ਜਾਂਦਾ। ਇਹਨੂੰ ਥੋੜ੍ਹਾ ਜਿਹਾ ਖੁੱਲ੍ਹਾ ਛੱਡਿਆ ਹੋਇਆ ਵੀ ਭਾਈ ਤੂੰ ਸੋਚਣਾ ਆ, ਦੂਰ ਦ੍ਰਿਸ਼ਟੀ ਨਾਲ ਸੋਚਣਾ, ਅਤੇ ਸੋਚ ਕੇ ਪੈਰ ਪੁੱਟਣਾ। ਅਤੇ ਦਿਮਾਗ ਤਾਂ ਤਦੇ ਦਿੱਤਾ ਨਾ, ਰੱਬ ਦਿਮਾਗ ਹੀ ਨਾ ਦਿੰਦਾ ਫਿਰ ਇਹਨੂੰ ਬੁੱਧੀ ਨਾ ਦਿੰਦਾ ਜੀ। ਉਹ ਤੋਂ ਕਰਮ ਬਣਨੇ ਸ਼ੁਰੂ ਹੋ ਜਾਂਦੇ ਆ। ਫਿਰ ਦੇਖੋ ਵੀ ਇਹਨੇ ਕੀ ਸੋਚਿਆ, ਇਹਨੇ ਕੀ ਕੀਤਾ। ਅਤੇ ਹੁਣ ਜੇ ਤੇ ਕਿਰਪਾ ਹੋ ਗਈ, ਉਹਨੇ ਮਾੜੇ ਕਰਮ ਵੀ ਕੱਟੇ ਗਏ। ਜੇ ਤੇ ਨਹੀਂ ਹੋਏ ਕਰਮਾਂ ਦੇ ਅਧੀਨ ਆ ਕੇ ਤਾਂ ਉਹਦਾ ਸਿਸਟਮ ਚੱਲ ਪੈਂਦਾ ਜੀ। ਫਿਰ ਦੁੱਖ ਸੁੱਖ, 84 ਦਾ ਗੇੜ, 4 ਕੁੰਟ, ਦਹਿ ਦਿਸ ਭਰਮੇ, ਸਾਰਾ ਸਿਸਟਮ ਜਿਹੜਾ ਕਰਮਾਂ ਦੇ ਅਧੀਨ ਨਹੀਂ ਹੈ। ਪਰ ਜੇ ਤੇ ਗੁਰੂ ਦੀ ਰਹਿਮਤ ਹੋ ਜਾਂਦੀ, ਹੁਕਮ ਨੂੰ ਜਾਣ ਜਾਂਦਾ,
ਸੋ ਹੁਕਮ ਕੀ ਹੈ? ਹੁਕਮ ਆ ਭਈ ਇੱਥੋਂ ਤੂੰ ਜਾਣ ਆਇਆ, ਮੌਤ ਆਉਣੀ, ਇਹ ਹੁਕਮ ਹੈ। ਪਹਿਲੇ ਇਹਨੂੰ ਸਮਝ। ਤੂੰ ਇੱਥੇ ਸੋ ਆਪਣੇ ਪੱਕੀਆਂ ਨੀਆਂ ਪਾਈਆਂ ਹੋਈਆਂ, ਤੈਂ ਪੱਕਾ ਸਭ ਕੁਛ ਕੀਤਾ, ਮੈਂ ਇੱਥੋਂ ਜਾਣਾ ਹੀ ਨਹੀਂ, ਇਹ ਹੁਕਮ ਜਾਣ ਜਾ। ਜਨਮ ਤੇਰਾ ਹੁਕਮ ਦੇ ਵਿੱਚ ਹੈ। ਮੌਤ ਜਦੋਂ ਹੁਕਮ ਹੋ ਗਿਆ, ਹੁਕਮ ਤਾਂ ਹੋਇਆ ਹੀ ਹੈ। ਮਹਾਰਾਜ ਨੇ ਕਿ ਉਹ ਸਮਾਂ ਤਾਂ ਪਹਿਲਾਂ ਲਿਖਿਆ, ਮਰਨ ਲਿਖਾਇਆ ਮੰਡਲ ਮੈਂ, ਪਹਿਲੋਂ ਲਿਖ ਹੋਇਆ, ਹੁਕਮ ਲਿਖ ਹੋ ਚੁੱਕਾ, ਛਪ ਚੁੱਕਾ ਤੇਰਾ, ਤੇਰੀ ਮੌਤ ਦਾ ਹੁਕਮ ਛਪ ਚੁੱਕਾ। ਤੂੰ ਜਦ ਜਨਮ ਹੀ ਨਹੀਂ ਸੀ ਹੋਣਾ। ਆਦ ਅੰਤ ਇੱਕ ਅਵਤਾਰ ਆ। ਜਦ ਆਦ ਦਾ ਵੀ ਉਹ ਤਾਂ ਅੰਤ ਦਾ ਵੀ ਇੱਕੋ ਹੀ ਅਵਤਾਰ ਹੈ, ਅਤੇ ਜਨਮ ਅਤੇ ਮੌਤ ਇਕੱਠੀ ਲਿਖਦਾ ਨਾ ਜੀ, ਕਿਉਂਕਿ ਉਹ ਇੱਕ ਅਵਤਾਰ ਆ। ਜਾਂ ਤਾਂ ਮੌਤ ਵਾਲਾ ਕੋਈ ਦੇਵਤਾ ਹੋਰ ਹੋਵੇ, ਜਿਵੇਂ ਹਿੰਦੂ ਧਰਮ ਦੇ ਵਿੱਚ ਹੈ, ਜਨਮ ਦਾ ਹੋਰ ਹੈ ਅਤੇ ਰੋਟੀ ਦੇਣ ਦਾ ਹੋਰ ਹੈ, ਮੌਤ ਦਾ ਦੇਵਤਾ ਹੋਰ ਹੈ। ਅਤੇ ਇੱਥੇ ਤਾਂ ਵੀ ਇੱਕੋ ਹੀ ਹੈ। ਜਨਮ ਦਾ ਵੀ ਉਹੀ ਹੈ, ਜ਼ਿੰਦਗੀ ਦਾ ਵੀ ਉਹੀ ਹੈ, ਦਾਤਾਂ ਵੀ ਉਹੀ ਦਿੰਦਾ, ਮੌਤ ਦਾ ਵੀ ਉਹੀ ਰੱਬ ਹੈ ਸਾਡਾ। ਇੱਥੇ ਦੂਜਾ ਹੈ ਹੀ ਨਹੀਂ। ਇਸੇ ਕਰਕੇ ਤਾਂ ਇੱਕੇ ਵਾਰੀ ਲਿਖ ਦਿੱਤਾ ਨਾ, ਮਰਨ ਲਿਖਾਏ ਮੰਡਲ ਮੈਂ, ਇਹ ਹੁਕਮ ਮੈਨੂੰ ਜਾਣ। ਸੋ ਭਾਈ ਜਾਣਾ ਹੀ ਜਾਣਾ, ਇੱਥੇ ਪੱਕੇ ਨਹੀਂ ਰਹਿਣਾ। ਜਗ ਨਾ ਕੋਈ ਥਿਰ ਰਿਹਾ, ਇਹ ਹੁਕਮ ਹੈ। ਸੋ ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਚੰਗੀ ਲੱਗਦੀ ਬਾਤ ਮੈਂ ਉਹਨੂੰ ਮੰਨ ਲਿਆ। ਉਹਦੇ ਵਿੱਚ ਅਸੀਂ ਵੀ ਆਪਣਾ ਕਰਦੇ ਯੋਗਦਾਨ ਤਾਂ ਪਾਉਣਾ ਹੀ ਹੈ। ਮਹਾਰਾਜ ਨੇ ਬੁੱਧੀ ਦਿੱਤੀ ਹੋਈ ਹੈ, ਆਪਣੀ ਮੱਤ ਦੇ ਮੁਤਾਬਕ ਅਸੀਂ ਸੋਚ ਕੇ ਕੁਛ ਕੰਮ ਕਰਦੇ ਹਾਂ। ਨਹੀਂ ਹੁੰਦਾ, ਨਹੀਂ ਹੁੰਦਾ ਵੀ ਅਸੀਂ ਕਰਦੇ ਹਾਂ ਸੋਚ ਕੇ। ਅਤੇ ਫਿਰ ਉੱਥੇ ਹੁਕਮ ਨੂੰ ਸਮਝ ਜਾਣਾ ਵੀ ਰੱਬ ਨੂੰ ਚੰਗਾ ਨਹੀਂ ਲੱਗਦਾ, ਤਦ ਹੀ ਨਹੀਂ ਹੋਇਆ। ਜਿਹੜਾ ਰੱਬ ਨੂੰ ਚੰਗਾ ਲੱਗਦਾ, ਮੇਰੇ ਮਾੜੇ ਜਾਂ ਯਤਨ ਕਰਨ ਦੇ ਨਾਲ ਫੱਟ ਹੋ ਜਾਂਦਾ ਜੀ, ਉਹ ਰੱਬ ਨੂੰ ਚੰਗਾ ਲੱਗਦਾ। ਸੋ ਜਿਹੜਾ ਰੱਬ ਨੂੰ ਨਹੀਂ ਚੰਗਾ ਲੱਗਦਾ, ਉਹ ਭਾਵੇਂ ਜੋ ਮਰਜ਼ੀ ਕਰਜਮਾ ਨਹੀਂ ਹੋਵੇਗਾ ਜੀ। ਅਤੇ ਫਿਰ ਇੱਥੇ ਸਮਝਿਆ ਕਰਨਾ, ਤੂੰ ਰੋਜ਼ ਕਰਨ ਲੱਗ ਪੈਂਦਾ, ਮੇਰੀ ਗੱਲ ਨਹੀਂ ਮੰਨੀ, ਮੈਂ ਇੰਨੇ ਪਾਠ ਕੀਤੇ, ਫਿਰ ਤੂੰ ਦਰਬਾਰ ਛੱਡ ਦਿੰਦਾ। ਗੁਰੂ ਗ੍ਰੰਥ ਸਾਹਿਬ ਤਾਂ ਹਰੇਕ ਜਗ੍ਹਾ 'ਤੇ ਉਹੀ ਹੈ। ਸੋ ਤਾਂ ਸਾਰੀ ਸ੍ਰਿਸ਼ਟੀ 'ਤੇ ਤਾਂ ਉਹ ਉੱਥੇ ਸਰਬ ਵਿਆਪਕ ਆ। ਜੇ ਇੱਥੇ ਨਹੀਂ ਤੇਰੀ ਗੱਲ ਸੁਣ ਹੋਈ ਤਾਂ ਉੱਥੇ ਸੁਣ ਹੋ ਜੂ, ਉਹ ਤਾਂ ਸਰਬ ਵਿਆਪਕ ਆ। ਸੋ ਸਮਝ, ਹੁਕਮ ਨੂੰ ਸਮਝ ਵੀ ਉਹਦਾ ਹੁਕਮ ਕੀ ਹੈ। ਹੁਣ ਗੁਰਬਾਣੀ ਹੈ ਸਾਰੀ, ਉਹਦਾ ਹੁਕਮ ਹੈ। ਗੁਰਬਾਣੀ ਦੀ ਸੋਝੀ ਹੁਣ ਸਾਰਿਆਂ ਨੂੰ ਥੋੜ੍ਹੀ ਹੈ ਜੀ। ਜੇ ਤੇ ਰਹਿਮਤ ਹੋ ਜਾਣੀ, ਉਸ ਨੂੰ ਬਾਣੀ ਦੀ ਸੋਝੀ ਬਖਸ਼ਿਸ਼ ਕਰ ਦਿੰਦਾ ਜੀ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਮੈਂ ਤਾਂ ਤੇਰਾ ਦਾਸ ਹਾਂ, ਸੇਵਾਦਾਰ। ਕਹਿਣਾ ਵੈਸੇ ਸੌਖਾ, ਅਤੇ ਸੇਵਕ ਬਣਨਾ ਬੜਾ ਔਖਾ ਹੈ ਜੀ। ਜਿਹੜਾ ਬੰਦਾ ਆਪਣੇ ਸਰੀਰ ਦਾ, ਆਪਣੀ ਮਤ ਬੁੱਧ ਦਾ ਮਾਣ ਤਿਆਗ ਦਿੰਦਾ, ਬਲ ਤਿਆਗ ਦਿੰਦਾ, ਆਪਣੀ ਜਾਤੀ ਦਾ ਹੰਕਾਰ ਤਿਆਗ ਦਿੰਦਾ, ਆਪਣੇ ਗੁਣਾਂ ਦਾ ਹੰਕਾਰ ਤਿਆਗ ਦਿੰਦਾ, ਉਹ ਸੇਵਕ ਬਣ ਸਕਦਾ ਜੀ। ਸੇਵਾਦਾਰ ਬਣਨਾ ਕਿਤੇ ਸੌਖਾ, ਬੜਾ ਔਖਾ ਹੈ ਜੀ। ਦਾਸ ਬਣਨਾ, ਕਹਿਣਾ ਤਾਂ ਸੌਖਾ ਹੈ, ਮੈਂ ਦਾਸ ਹਾਂ ਜੀ, ਮੈਂ ਸੇਵਾਦਾਰ ਹਾਂ ਜੀ। ਫੀਤੇ ਲੱਗ ਜਾਂਦੇ ਆ ਜੀ ਸੇਵਾਦਾਰ। ਦੇਖਿਆ ਵੀ ਸੇਵਕ ਸੇਵਾਦਾਰ ਅਤੇ ਹੱਥ ਡੰਡਾ ਫੜਿਆ ਹੁੰਦਾ, ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ। ਸੇਵਾਦਾਰ ਕਿੱਥੋਂ ਜੀ? ਸੇਵਾਦਾਰ ਬਣਨਾ ਬੜਾ ਔਖਾ ਹੈ। ਉਹਦੇ ਮੂੰਹ ਵਿੱਚ ਵੀ ਅੰਮ੍ਰਿਤ ਹੁੰਦਾ, ਉਹਦੇ ਮਨ ਵਿੱਚ ਵੀ ਅੰਮ੍ਰਿਤ ਹੁੰਦਾ ਹੈ। ਜੇ ਕੋਈ ਲਫ਼ਜ਼ ਕਹਿ ਵੀ ਜਾਂਦਾ, ਸੰਗਤਾਂ ਨੂੰ ਗੁਰੂ ਦਾ ਰੂਪ ਜਾਣਦਾ ਹੈ, ਅਤੇ ਉਹ ਸੰਗਤਾਂ ਦੀ ਗੱਲ ਮੰਨਦਾ, ਆਪਣੀ ਗੱਲ ਨੂੰ ਛੱਡ ਦਿੰਦਾ। ਸੇਵਾਦਾਰ ਬਣਨਾ ਬਹੁਤ ਕਠਿਨ ਹੈ। ਜਿਹੜਾ ਸੇਵਾਦਾਰ ਬਣ ਗਿਆ, ਉਹਦੇ ਅੰਦਰ ਬਾਬਾ ਨਾਨਕ ਪ੍ਰਗਟ ਹੋ ਗਿਆ। ਜਿਹੜਾ ਸੇਵਾਦਾਰ ਨਹੀਂ, ਕਹਿਣ ਖਾਣ ਨੂੰ ਤਾਂ ਗੱਲਾਂ ਸਾਰੇ ਹੀ ਕਰੀ ਜਾਂਦੇ। ਕਹਿਣ ਕਹਾਵਨ ਨਾ ਪਤੀ ਆਈ ਹੈ, ਤਉ ਮਨ ਮਾਨੈ ਜਾਤੇ ਹਉਮੈ ਜਈਏ। ਜੇ ਹਉਮੈ ਵਿੱਚ ਹੈ, ਸੋ ਉਹ ਕਿੱਧਰੋਂ ਸੇਵਕ ਹੋ ਗਿਆ। ਸੋ ਇਹ ਵਿਕਾਰਾਂ ਦਾ ਨਾਸ਼ ਜਿਸ ਦਾ ਹੋ ਜਾਂਦਾ, ਸੇਵਾਦਾਰ ਉਹ ਹੁੰਦਾ। ਸੇਵਕ ਕੀ, ਹੁਣ ਸੇਵਕ ਬਣਿਆ ਹੋਇਆ, ਉਹਦੀ ਜਿਹੜੀ ਅਰਦਾਸ ਹੈ, ਪਿਆਰਾ ਸੁਣੂ ਨਹੀਂ। ਜਿਹੜਾ ਸੇਵਕ ਬਣ ਗਿਆ, ਸੇਵਕ ਕੀ ਅਰਦਾਸ ਪਿਆਰੇ। ਹੁਣ ਪਿਆਰਾ ਮੰਗਦਾ ਨਹੀਂ, ਸੇਵਾਦਾਰ ਕੁਝ ਨਹੀਂ ਮੰਗਦਾ। ਉਹ ਨਾ ਰਾਜ ਮੰਗੇ, ਨਾ ਦੁਨੀਆ ਦੇ ਸੁੱਖ ਮੰਗੇ, ਨਾ ਉਮਰ ਲੰਬੀ ਮੰਗੇ, ਨਾ ਸਰੀਰ ਦਾ ਬਲ ਮੰਗੇ, ਉਹ ਕੁੱਖ ਨਹੀਂ ਮੰਗਦਾ ਜੀ। ਉਹਦਾ ਸਰੀਰ ਜੇ ਰੋਗੀ ਵੀ ਹੋ ਗਿਆ ਨਾ, ਬਿਮਾਰ ਵੀ ਹੋ ਗਿਆ, ਤੇ ਉਹ ਵੀ ਨਹੀਂ ਮੰਗਦਾ ਇਹਨੂੰ ਠੀਕ ਕਰ ਦੇ। ਉਹ ਜੇ ਮੰਗਦਾ, ਇੱਕੋ ਹੀ ਚੀਜ਼ ਮੰਗਦਾ, ਵੀ ਕਿਤੇ ਦੂਸਰੀ ਚੀਜ਼ ਮੰਗ ਲਈ, ਕਿਤੇ ਜਿਹੜੀ ਚੀਜ਼ ਨੇ ਦਰਗਾਹ 'ਚ ਕੰਮ ਆਉਣਾ ਭਾਈ ਉਹ ਨਾ ਦਊਗਾ। ਫਿਰ ਇਸ ਕਰਕੇ ਰਹਿਣ ਦਿਓ ਭਾਈ, ਇੱਕੋ ਹੀ ਚੀਜ਼ ਚਾਹੀਦੀ। ਕੀ ਕਹਿੰਦੇ? ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਚਰਨ ਕੀ ਹੈ? ਗੁਰਬਾਣੀ। ਹੁਣ ਗੁਰੂ ਕੀ ਮੂਰਤ, ਜੇ ਗੁਰੂ ਕਾ ਸ਼ਬਦ ਹੈ, ਤੇ ਗੁਰੂ ਕਾ ਸ਼ਬਦ ਹੀ ਚਰਨ ਹੈ ਬਈ। ਗੁਰੂ ਕਾ ਸ਼ਬਦ ਚਰਨ ਹੈ।
ਜਪ ਜੀਵਾ ਪ੍ਰਭ ਚਰਨ ਤੁਮਾਰੇ। ਇੰਨਾ ਕੁ ਮੇਰਾ ਪਿਆਰ ਪਾ ਦੇ ਗੁਰਬਾਣੀ ਦੇ ਨਾਲ, ਸ਼ਬਦਾਂ ਦੇ ਨਾਲ, ਕਿ ਮੇਰਾ ਜੀਵਨ ਬਣ ਜਾਵੇ। ਮੈਂ ਬਾਣੀ ਨੂੰ ਪੜ੍ਹਦਾ, ਸੁਣਦਾ, ਵਿਚਾਰਦਾ ਤਾਂ ਜ਼ਿੰਦਗੀ ਹੈ। ਜੇ ਨਹੀਂ ਪੜ੍ਹਦਾ, ਨਹੀਂ ਸੁਣਦਾ, ਨਹੀਂ ਵਿਚਾਰਦਾ ਤਾਂ ਅਧਿਆਤਮਕ ਮੌਤ ਹੈ। ਸੋ ਇੱਦਾਂ ਦਾ ਮੈਨੂੰ ਬਣਾ ਦੇ ਜੀ। ਬਸ ਮੈਨੂੰ ਲੋੜ ਮਹਿਸੂਸ ਹੋਵੇ ਬਾਣੀ ਪੜ੍ਹਨ ਦੀ। ਕੋਈ ਕਹੇ ਨਾ ਬਾਣੀ ਪੜ੍ਹ, ਮੇਰੀ ਜ਼ਰੂਰਤ ਹੈ। ਜਦੋਂ ਭੁੱਖ ਲੱਗਦੀ ਹੈ ਤਾਂ ਉਸ ਵੇਲੇ ਜ਼ਰੂਰਤ ਹੁੰਦੀ, ਉੱਠ ਕੇ ਪ੍ਰਸ਼ਾਦਾ ਛਕ ਲੈਂਦਾ। ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਉਹ ਆਪਾਂ ਉੱਠ ਕੇ ਖੁਦ ਕਰ ਲੈਂਦੇ ਹਾਂ, ਉਹ ਕੰਮ ਕਰ ਲੈਂਦੇ ਹਾਂ। ਲੋੜ ਹੈ। ਹੁਣ ਜੋਬਾਂ ਕਰਦੇ ਨੇ ਸਾਰੇ, ਕਿਹੜਾ ਤੁਹਾਨੂੰ ਘੰਟੀਆਂ ਮਾਰਦਾ ਵੀ ਚਲੋ ਵੀ ਤੁਹਾਡੀ ਡਿਊਟੀ ਦਾ ਟਾਈਮ ਹੋ ਗਿਆ ਨਾ। ਮੈਂ ਲੋੜ ਹੈ ਵੀ, ਭੱਜਦੇ ਹੈ, ਦੌੜਦੇ ਹੈ, ਜ਼ਰੂਰਤ ਹੈ, ਮਾਇਆ ਚਾਹੀਦੀ ਹੈ, ਬੱਚਿਆਂ ਨੂੰ ਪੜ੍ਹਾਉਣਾ, ਕਰਨਾ, ਸਭ ਕੁਛ ਕਰਨਾ, ਉਹ ਜ਼ਰੂਰਤ ਹੈ ਸਾਡੀ। ਤੇਰੀ ਬਾਣੀ ਮੇਰੀ ਜ਼ਰੂਰਤ ਬਣ ਜਾਵੇ, ਬਾਣੀ ਤੇਰੀ ਮੇਰੀ ਲੋੜ ਬਣ ਜਾਵੇ, ਮੇਰੀ ਜਾਨ ਬਣ ਜਾਵੇ, ਮੇਰੇ ਸਾਹ ਬਣ ਜਾਣ, ਮੇਰਾ ਜੀਵਨ ਬਣ ਜਾਵੇ। ਸੋ ਕਿਰਪਾ ਕਰਦੇ ਮੇਰੇ ਤੇ ਇਹ ਰਹਿਮਤ ਕਰਦੇ। ਇਹ ਸੇਵਕ ਦੀ ਇਹ ਅਰਦਾਸ ਹੁੰਦੀ ਹੈ। ਸੇਵਕ ਦੀਆਂ ਦੂਜੀਆਂ ਅਰਦਾਸਾਂ ਨਹੀਂ ਜੋ ਆਮ ਚੱਲਦੀਆਂ ਆਈਆਂ ਸਾਰੇ ਪਾਸੇ, ਇਹ ਅਰਦਾਸ ਨਹੀਂ। ਉਹ ਤੁਰੀਆਂ ਫਿਰਦੀਆਂ ਅਰਦਾਸਾਂ ਵੀ ਇਵੇਂ ਹੀ ਤੁਰੀਆਂ ਫਿਰਦੀਆਂ। ਫਿਰ ਨਹੀਂ ਮੰਨਦਾ ਉਹ, ਕਿੰਨਾ ਕੁ ਦੇਈ ਜਾਵੇ, ਤੂੰ ਤਾਂ ਹਟਦਾ ਹੀ ਨਹੀਂ ਮੰਗਣੋਂ। ਜਿਹੜੀ ਚੀਜ਼ ਤੈਨੂੰ ਮੈਂ ਕਹਿੰਦਾ, ਰੱਬ ਕਹਿੰਦਾ ਤੂੰ ਉਹ ਤਾਂ ਕਰਦਾ ਹੀ ਨਹੀਂ। ਮੇਰੀ ਵੀ ਗੱਲ ਮੰਨ ਲਾ, ਬਾਣੀ ਪੜ੍ਹ ਲਾ, ਸੰਗਤ ਕਰ ਲਾ, ਸਿਮਰਨ ਕਰ ਲਾ, ਤੂੰ ਕਰਦਾ ਹੀ ਨਹੀਂ। ਤੂੰ ਤੈਨੂੰ ਦੇਈ ਜਾਂਦੇ ਆ। ਅਤੇ ਫਿਰ ਬਦਲੀ ਜਾ ਕਹਿੰਦੇ ਸਥਾਨ ਜਿੰਨੇ ਮਰਜੀ। ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ। ਜਿਹੜਾ ਮੇਰਾ ਦਾਤਾ, ਮੇਰਾ ਪ੍ਰਭੂ ਆ, ਦਾਤਾ ਆ। ਦਾਤਾ ਆ, ਦਾਤਾ ਦਿੰਦਾ ਅਤੇ ਦਇਆ ਦੇ ਘਰ ਵਿੱਚ ਆਣ ਕੇ ਦਿੰਦਾ। ਪੁਰਖ ਹੈ ਅਤੇ ਉਹ ਨਰਕਾਂ ਤੋਂ ਰੱਖਿਆ ਕਰਦਾ, ਪੂਰਖ। ਫਿਰ ਪੁਰਖ ਦਾ ਅਰਥ ਹੁੰਦਾ ਸਰਬ ਵਿਆਪਕ। ਜਿਵੇਂ ਆਕਾਸ਼ ਹਰ ਇੱਕ ਪਾਸੇ ਹੈ, ਭਾਵੇਂ ਅਮਰੀਕਾ, ਕਨੇਡਾ, ਇੰਗਲੈਂਡ, ਇੰਡੀਆ, ਜਿੱਥੇ ਮਰਜ਼ੀ ਚੱਲ ਜਾਓ, ਆਕਾਸ਼ ਹੀ ਤਣਿਆ ਹੋਇਆ ਦਿਸੇਗਾ। ਰੱਬ ਇਸੇ ਤਰ੍ਹਾਂ ਸਰਬ ਵਿਆਪਕ ਹੈ। ਜਿੱਥੇ ਮਰਜ਼ੀ ਚੱਲ ਜਾ, ਜੇ ਤੈਨੂੰ ਆਕਾਸ਼ ਦਿਸਦਾ, ਰੱਬ ਵੀ ਹੈ। ਜਿੱਥੇ ਨਹੀਂ ਦਿਸੇਗਾ, ਮੰਨ ਲਈ ਰੱਬ ਉੱਥੇ ਨਹੀਂ ਹੈ ਜੀ। ਹਰੇਕ ਜਗ੍ਹਾ 'ਤੇ ਆਕਾਸ਼ ਹੀ ਦਿਸਦਾ ਪਿਆ, ਰੱਬ ਹਰੇਕ ਜਗ੍ਹਾ 'ਤੇ। ਇਸ ਕਰਕੇ ਪੁਰਖ ਸ਼ਬਦ ਵਰਤਿਆ। ਸੋ ਦਾਤਾ ਆ, ਮੇਰੀ ਔਕਾਤ ਨਹੀਂ ਹੈ ਕਿ ਮੈਂ ਕੁਝ ਤੇਰੇ ਕੋਲੋਂ ਮੰਗ ਸਕਾਂ, ਪਰ ਤੂੰ ਮੇਰੇ 'ਤੇ ਤਰਸ ਖਾ ਕੇ ਦਇਆ ਦੇ ਘਰ ਵਿੱਚ ਆ ਕੇ ਜੋ ਮੈਂ ਮੰਗਦਾ ਉਹ ਦਿਨਾ। ਬਾਣੀ ਦੇ ਵਿੱਚ ਨਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਾਡੇ ਕੋਲ ਕਿੰਨੀ ਮਿਹਨਤ ਨਹੀਂ ਹੁੰਦੀ, ਐਡੀ ਔਕਾਤ ਨਹੀਂ ਹੈ, ਪਰ ਫਿਰ ਵੀ ਜੋ ਮੰਗ ਲੈਂਦੇ ਆ ਅਤੇ ਉਹ ਸਾਨੂੰ ਦੇ ਦਿੰਦਾ ਜੀ। ਜਿਸ ਹੈ ਜਨਾਬ ਹੋ ਤਿਨ ਹੈ ਤੁਮ ਜਾਤੇ। ਪਰ ਇਹ ਸੋਝੀ ਹੁਣ ਸਾਰਿਆਂ ਨੂੰ ਥੋੜ੍ਹੀ ਆਉਂਦੀ ਹੈ। ਉਹ ਦਾਤਾ ਹੈ, ਦਇਆ ਦੇ ਘਰ ਵਿੱਚ ਆਣ ਕੇ ਦਿੰਦਾ ਅਤੇ ਉਹਦਾ ਹੁਕਮ ਸਾਰੇ ਪਾਸੇ ਚੱਲਦਾ। ਉਹ ਬੇਅੰਤ ਹੈ, ਉਹਦੀ ਰਚਨਾ ਬੇਅੰਤ ਹੈ। ਹੁਣ ਸਾਰਿਆਂ ਨੂੰ ਥੋੜ੍ਹੀ ਸੋਝੀ ਆਉਂਦੀ ਹੈ। ਜਿਸ ਨੂੰ ਉਹ ਆਪਣੀ ਅਤੇ ਆਪਣੀ ਕੁਦਰਤ ਦੀ, ਆਪਣੀਆਂ ਦਾਤਾਂ ਦੀ ਸੋਝੀ ਕਰਾ ਦਿੰਦਾ, ਉਹ ਸਮਝਦਾ। ਨਹੀਂ ਤਾਂ ਇਹ ਕਹਿੰਦਾ ਮੈਂ ਲਿਆ, ਮੈਂ ਕੀਤਾ, ਮੈਂ ਬਣਾਇਆ, ਮੈਂ ਕਿਹਾ। ਦਾਤਾ ਵੀ ਆਪ ਬਣ ਜਾਂਦਾ, ਸਿਆਣਾ ਵੀ ਆਪ ਬਣ ਜਾਂਦਾ, ਦਇਆਵਾਨ ਵੀ ਆਪ ਬਣ ਜਾਂਦਾ, ਫੈਸਲੇ ਦੇਣੇ ਵਾਲਾ ਵੀ ਆਪ ਬਣ ਜਾਂਦਾ, ਸਭ ਕੁਛ ਆਪ। ਜੇ ਫਿਰ ਇੰਨਾ ਕੁਝ ਆਪ ਬਣਦਾ, ਫਿਰ ਜਿਹੜੇ ਮਾੜੇ ਕਰਮ ਹੁੰਦੇ ਫਿਰ ਵੀ ਤੇਰੇ ਸਿਰ ਹੀ ਮੜ ਹੋਣੇ। ਫਿਰ ਰੱਬ ਕਿੱਦਾਂ ਲਵੇ? ਹੋਰ ਕਿਸੇ ਦੇ ਦੋਸ਼ ਕਿਵੇਂ ਦੇ ਲਵੇਂ ਤੂੰ? ਸੋ ਚੰਗਾ ਮਾੜਾ ਤਾਂ ਜਿੰਨਾ ਚਿਰ ਸੰਸਾਰ 'ਚ ਵਿਚਰਨਾ ਭਾਈ, ਚੰਗਾ ਮਾੜਾ ਤਾਂ ਦੋਨੇ ਹੀ ਹੋਣਾ, ਸਭ ਕੁਛ ਹੋਣਾ। ਅਤੇ ਜੇ ਤੂੰ ਚੰਗਾ ਉਹਦੇ 'ਤੇ ਸਿੱਟ ਦੇਵੇਂ, ਮਾੜਾ ਕਦੀ ਤੇਰੇ 'ਤੇ ਪੈਣ ਨਹੀਂ ਦੇਵੇਗਾ। ਜੇ ਤੂੰ ਚੰਗਾ ਉਹ 'ਤੇ ਸਿੱਟ ਦੇਵੇਂ ਨਾ ਵੀ ਤੈਂ ਕੀਤਾ, ਅਤੇ ਮਾੜਾ ਨਹੀਂ ਕਦੀ ਤੇਰੇ 'ਤੇ ਪੈਣ ਦਿੰਦਾ। ਚੰਗਾ ਮੇਰਾ, ਮਾੜਾ ਤੇਰਾ, ਇਹ ਕਾਹਦਾ ਇਨਸਾਫ ਹੋਇਆ ਵੀ? ਇਹਦਾ ਕੋਈ ਇਨਸਾਫ ਨਹੀਂ। ਸੋ ਇਹ ਸੋਝੀ ਹੈ ਵੀ ਤੂੰ ਕਰਦਾ, ਤੂੰ ਦਿੰਦਾ, ਤੂੰ ਵੱਡਾ ਦਇਆਵਾਨ ਹੈ, ਤੂੰ ਸਰਬ ਵਿਆਪਕ ਹੈ ਸਾਰੇ ਪਾਸੇ। ਇਹ ਸੋਝੀ ਬੜੀ ਵੱਡੀ ਸੋਝੀ ਹੈ। ਅਤੇ ਜਿਹਨੂੰ ਉਹ ਜਣਾਉਂਦਾ ਹੈ ਨਾ, ਉਹਨੂੰ ਇਹ ਬਾਤ ਸਮਝ ਵਿੱਚ ਆਉਂਦੀ ਹੈ। ਸਦਾ ਸਦਾ ਜਾਈ ਬਲਿਹਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਤਾਂ ਹਮੇਸ਼ਾ ਹਮੇਸ਼ਾ ਤੇਰੇ ਤੋਂ ਬਲਿਹਾਰ ਜਾਂਦਾ। ਇਹ ਬੜਾ ਔਖਾ, ਹਮੇਸ਼ਾ ਵਾਸਤੇ ਕਿਸੇ ਨੂੰ ਚੰਗਾ ਕਹਿਣਾ। ਦੇਖੋ, ਮਾਂ ਪੁੱਤ ਦਾ ਬੜਾ ਪਿਆਰ ਆ, ਬੱਚੇ ਦੇ ਨਾਲ ਮਾਤਾ ਪਿਤਾ ਦਾ ਬੜਾ ਪਿਆਰ ਆ, ਅਤੇ ਹਰ ਵਕਤ ਥੋੜ੍ਹੀ ਉਹ ਤੋਂ ਬਲਿਹਾਰ ਜਾਂਦੇ ਆ।
ਸੋ ਹਰ ਵਕਤ ਨਹੀਂ ਹੋ ਸਕਦਾ ਜੀ। ਭਰਾਵਾਂ ਭਰਾਵਾਂ ਦਾ ਜਿੰਨਾ ਮਰਜ਼ੀ ਪਿਆਰ ਹੈ, ਦੋਨੇ ਇੱਕ ਦੂਜੇ ਤੋਂ ਬਲਿਹਾਰ ਨਹੀਂ ਜਾ ਸਕਦੇ ਕਦੀ ਵੀ। ਲੜਾਈ ਝਗੜੇ ਮਨ ਮੁਟਾਵ ਇਹ ਚੱਲੇਗਾ। ਪਤੀ ਪਤਨੀ ਕਿੰਨਾ ਪਿਆਰ ਹੁੰਦਾ ਜੀ, ਅਤੇ ਬਲਿਹਾਰ ਨਹੀਂ ਦੋਨੇ ਜਾ ਸਕਦੇ ਇੱਕ ਦੂਜੇ ਤੋਂ, ਉਹ ਵੀ ਸਦਾ ਸਦਾ। ਕੋਈ ਟਾਈਮ ਹੋਵੇਗਾ ਪਤੀ ਪਤਨੀ ਨੂੰ ਕੁਝ ਦੇਵੇਗਾ ਤਾਂ ਬਲਿਹਾਰ ਜਾਊ, ਨਹੀਂ ਤਾਂ ਮਨ ਮੁਟਾਵ ਚੱਲਦਾ ਹੀ ਰਹੇਗਾ ਜੀ। ਸੋ ਇਹ ਜਿਹੜੇ ਰਿਸ਼ਤੇ ਨੇ ਬੜੇ ਨੇੜੇ ਨੇੜੇ ਰਿਸ਼ਤੇ ਨੇ ਜਿਹੜੇ, ਇਹਨਾਂ ਵਿੱਚ ਕਦੀ ਕੋਈ ਕਿਸੇ ਤੋਂ ਬਲਿਹਾਰ ਚੱਲ ਜਾਊ, ਖੁਸ਼ ਹੋ ਜਾਊ ਅਤੇ ਉਹ ਚਾਰ ਲਫ਼ਜ਼ ਉਸਤਤੀ ਦੇ ਕਰ ਦਊ। ਹਮੇਸ਼ਾ ਹਮੇਸ਼ਾ ਨਹੀਂ ਜੋ ਕਿਸੇ ਤੋਂ ਬਲਿਹਾਰ ਕੋਈ ਜਾ ਸਕਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਮੈਂ ਰੱਬਾ ਤੇਰੇ ਤੋਂ ਹਮੇਸ਼ਾ ਹਮੇਸ਼ਾ ਵਾਸਤੇ ਬਲਿਹਾਰ ਜਾਂਦਾ। ਅਤੇ ਉਹ ਵੀ ਟਾਈਮ ਆ ਗਿਆ, ਕਹਿੰਦੇ ਹੁਣ ਦੱਸ, ਜਦੋਂ ਤੱਤੀ ਤਵੀ 'ਤੇ ਬੈਠੇ, ਕਹਿੰਦੇ ਹੁਣ ਵੀ ਬਲਿਹਾਰ ਜਾਂਦਾ। ਕਹਿੰਦੇ ਹੁਣ ਵੀ ਬਲਿਹਾਰ ਜਾਂਦਾ। ਸੀਸ 'ਤੇ ਰੇਤ ਪੈਂਦੀ ਹੋਵੇ, ਤੱਤੀ ਤਵੀ ਹੋਵੇ, ਦੇਗਾਂ 'ਚ ਵਾਲੇ ਖਾਧੇ ਹੋਣ, ਫੇਰ ਵੀ ਕਹਿੰਦੇ ਬਲਿਹਾਰ ਜਾਂਦਾ। ਸੋ ਕਿਹਾ ਤਾਂ ਕਰਕੇ ਦਿਖਾ ਲਿਆ, ਤੇਰਾ ਭਾਣਾ ਮਿੱਠਾ ਲੱਗ ਕੇ। ਕਹਿੰਦੇ ਸੋ ਤੇਰਾ ਕੀਤਾ ਸਭ ਕੁਝ ਮੈਨੂੰ ਮਿੱਠਾ ਲੱਗਦਾ, ਮੈਂ ਬਲਿਹਾਰ ਹੀ ਜਾਣਾ ਤੇਰੇ ਤੋਂ। ਕਹਿੰਦੇ ਸੋ ਬਹੁਤ ਵੱਡੀ ਇਹ ਦਾਤ ਹੈ, ਜਿਹਦੇ 'ਤੇ ਮਹਾਰਾਜ ਕਿਰਪਾ ਕਰਦੇ ਉਹਨੂੰ ਇਹ ਦਾਤ ਮਿਲਦੀ ਹੈ। ਇਤ ਉਤ ਦੇਖੋ ਓਟ ਤੁਹਾਰੀ। ਮੈਂ ਤਾਂ ਇੱਧਰ ਉੱਧਰ ਪਹਿਲਾਂ ਹੋ ਗਿਆ, ਇਤ ਉਤ ਇੱਧਰ ਉੱਧਰ। ਸੰਸਾਰ 'ਚ ਜਿੰਨਾ ਚਿਕਰ ਵਿਚਰਦੇ ਨਾ ਉਨਾ ਚਿਕਰ ਸੋ ਇੱਧਰ ਉੱਧਰ ਦੇਖਦਾ ਤੇਰਾ ਹੀ ਸਹਾਰਾ। ਮੈਂ ਇੱਥੇ ਰਹਾਂ ਤੇਰੇ ਸਹਾਰੇ ਹਾਂ, ਜੇ ਮੈਂ ਕਿਤੇ ਬਾਹਰ ਅੰਦਰ ਜਾਣਾ ਉੱਥੇ ਵੀ ਤੇਰਾ ਸਹਾਰਾ। ਮੈਨੂੰ ਕਿਸੇ ਸਿਫਾਰਿਸ਼ ਲੱਭਣ ਦੀ ਲੋੜ ਨਹੀਂ, ਕਿਸੇ ਦਾ ਸਹਾਰਾ ਮੈਂ ਨਹੀਂ ਤੱਕਦਾ। ਕਿਉਂ? ਕਿਉਂਕਿ ਮੈਨੂੰ ਇਹ ਸੋਝੀ ਹੋ ਗਈ ਵੀ ਤੂੰ ਹੀ ਆ ਸਾਰੇ ਪਾਸੇ। ਮਹਾਰਾਜ ਸਾਨੂੰ ਸਮੱਤ ਦਿੰਦੇ ਪਏ ਨੇ ਗੁਰੂ ਅਰਜਨ ਦੇਵ ਜੀ, ਵੀ ਇੰਝ ਸਿੱਖ ਨੇ ਸਮਝਣਾ। ਫਿਰ ਪਰਲੋਕ ਦਾ ਫਿਕਰ ਪੈ ਜਾਂਦਾ ਵੀ ਪਰਲੋਕ ਕਿਵੇਂ ਹੋ, ਜਮਾਂ ਤੋਂ ਭੈ ਆਉਂਦਾ ਵੀ ਜੰਮ ਕੀ ਕਰਨਗੇ ਜਦੋਂ ਤੇਰਾ ਸਹਾਰਾ। ਉੱਥੇ ਜੰਮ ਕੀ ਕਰੇਗਾ? ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਜਦੋਂ ਜੰਮ ਛੱਡ ਕੇ ਚਲੇ ਜਾਂਦੇ ਨੇ ਤੇ ਲੇਖਾ ਹੋਣਾ ਹੀ ਨਹੀਂ, ਲੇਖਾ ਬਣੂ ਤਾਂ ਹੋਵੇਗਾ। ਉੱਥੇ ਧਰਮ ਰਾਜਾ ਵੀ ਕੀ ਕਰੇਗਾ? ਤੇਰੀ ਓਟ ਜਿਸ ਨੂੰ ਹੁੰਦੀ ਉੱਥੇ ਧਰਮ ਰਾਜਾ ਵੀ ਕੁਝ ਨਹੀਂ ਜੇ ਕਰ ਸਕਦਾ। ਜਿਹਦੇ ਤੋਂ ਸਾਰੇ ਹੀ ਕੰਬਦੇ ਨੇ, ਕਰੋ ਧਰਮ ਰਾਇਆ, ਸੁਣ ਸੁਣ ਹੀ ਡਰਾਇਆ। ਸਭ ਡਰਦੇ ਨੇ ਵੀ ਬੜਾ ਕਰੂਰ ਸੁਭਾਅ ਦਾ, ਬੜਾ ਕੈੜੇ ਸੁਭਾਅ ਦਾ, ਡਰਦੇ ਨੇ ਉਹਦੇ ਕੋਲ ਸਾਰੇ। ਕੀ ਰਾਜੇ ਮਹਾਰਾਜੇ ਜਪੀ ਤਪੀ ਸਭ ਡਰਦੇ ਨੇ, ਭੈ ਖਾਂਦੇ ਨੇ। ਪਰ ਜਿਹਨੂੰ ਤੇਰਾ ਸਹਾਰਾ ਹੁੰਦਾ, ਪਾਤਸ਼ਾਹ ਕਹਿੰਦੇ ਉਹਦੇ ਅੱਗੇ ਤਾਂ ਧਰਮ ਰਾਜਾ ਵੀ ਹੱਥ ਜੋੜ ਕੇ ਖੜ ਜਾਂਦਾ ਹੈ। ਇਤ ਉਤ ਦੇਖੋ ਓਟ ਤੁਮਾਰੀ। ਮੈਂ ਤੇਰਾ ਸਹਾਰਾ ਦੇਖ ਲਿਆ, ਇਸ ਕਰਕੇ ਭੈ ਨਹੀਂ ਹੈ। ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ। ਮੈਂ ਬੇਸਮਝ ਤੇਰੇ ਗੁਣਾਂ ਨੂੰ ਮੈਂ ਸਮਝਿਆ ਨਹੀਂ। ਨਿਰਗੁਣ ਤੋਂ ਭਾਵ ਇੱਥੇ ਆਵੇਗਾ, ਉਹਦੇ ਨਿਰਗੁਣ ਤੋਂ ਭਾਵ ਹੁੰਦਾ ਵੀ ਗੁਣਾਂ ਤੋਂ ਹੀਣਾ। ਪਰ ਇਹ ਗੁਣ ਕਿਛੂ ਨਾ ਜਾਤਾ, ਮੈਨੂੰ ਗੁਣਾਂ ਦਾ ਗਿਆਨ ਹੈ ਵੀ ਗੁਣ ਹੁੰਦੇ ਕੀ ਹੈ, ਗੁਣ ਕਿਹਨੂੰ ਕਿਹਾ ਜਾਂਦਾ। ਜਦ ਜੋ ਕੁਝ ਤੂੰ ਮੈਨੂੰ ਦੇ ਦਿੱਤਾ, ਜੋ ਮੈਨੂੰ ਤੂੰ ਗੁਣ ਦੇ ਦਿੱਤੇ ਹੋਏ ਨੇ, ਮੈਨੂੰ ਨਹੀਂ ਸਮਝ, ਇਹਦਾ ਮਤਲਬ ਮੈਂ ਬੁੱਧੀ ਤੋਂ ਹੀਣਾ ਹੋਇਆ, ਬੇਸਮਝ ਹੀ ਹੋਇਆ, ਇਹ ਆਣਾ ਹੋਇਆ। ਮੈਂ ਬੇਸਮਝ ਨੇ ਤੇਰੇ ਇੱਕ ਵੀ ਗੁਣ ਨੂੰ ਨਹੀਂ ਜਾਣਿਆ ਜੀ। ਨਾਨਕ ਸਾਧੂ ਦੇਖ ਮਨ ਰਾਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰਾ ਮਨ ਤਾਂ ਸਤਿਗੁਰੂ ਨੂੰ ਵੇਖ ਕੇ ਉਹਦੇ ਵਿੱਚ ਰਚਦਾ ਆ, ਉਹਦੇ ਨਾਲ ਇਕਮਿਕ ਹੁੰਦਾ ਹੈ। ਸੋ ਇਹ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ ਜਦੋਂ ਰੱਬ ਦੇ ਪਿਆਰਿਆਂ ਨੂੰ ਵੇਖਦੇ ਨੇ। ਸੋ ਉਸ ਵਕਤ ਉਹਨਾਂ ਦਾ ਮਨ ਜਿਹੜਾ ਆ ਅਕਾਲ ਪੁਰਖ ਦੇ ਨਾਲ ਰਚਦਾ। ਸੋ ਤਿੰਨਾਂ ਪਿਆਰਿਆਂ ਦੇ ਨਾਲ ਮੰਗਦੇ ਨਾ, ਮੇਲ ਕਰਾਇਓ, ਜਿਹਨਾਂ ਦੇਖਿਆ ਨਾਲ ਨਾਮ ਚੇਤੇ ਆ ਜਾਵੇ, ਜਿਨ੍ਹਾਂ ਨੂੰ ਵੇਖਿਆ ਨਾਮ ਚੇਤੇ ਆ ਜਾਵੇ। ਸੋ ਇੰਝ ਜਿਹੜੇ ਗੁਰਮੁਖ ਜਾਣੇ ਨੇ, ਜਿਹਨਾਂ ਨੇ ਦਰਸ਼ਨ ਕੀਤੇ, ਇੱਕਦਮ ਰੱਬ ਚੇਤੇ ਆ ਜਾਂਦਾ ਜੀ, ਇੱਕਦਮ ਰੱਬ ਚੇਤੇ ਆਉਂਦਾ। ਸੋ ਇਹ ਆਪੋ ਆਪਣੀ ਅਵਸਥਾ 'ਤੇ ਡਿਪੈਂਡ ਕਰਦਾ। ਜੇ ਜਿਹਨਾਂ ਗੁਰਮੁਖਾਂ ਦੀ ਅਵਸਥਾ ਸੋ ਚੜ੍ਹ ਜਾਂਦੀ ਹੈ, ਉਹ ਤਾਂ ਭੇਖ ਦੇਖ ਕੇ ਉਹਨਾਂ ਨੂੰ ਰੱਬ ਚੇਤੇ ਆ ਜਾਂਦਾ। ਭਾਵੇਂ ਪਖੰਡੀ ਵੀ ਹੋਵੇ, ਉਹਦੇ ਵੱਲ ਵੇਖ ਕੇ ਮੈਨੂੰ ਰੱਬ ਚੇਤੇ ਆਉਂਦਾ, ਕਿਉਂਕਿ ਆਪਣੀ ਅਵਸਥਾ ਉਹਦੀ ਉੱਥੇ ਕੰਮ ਕਰਦੀ ਪਈ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਦੇ ਹਾਂ ਸਾਧੂ, ਸੋ ਸਾਧੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ, ਕਿਉਂਕਿ ਸਾਧ ਬਣਾਉਣੇ ਵਾਲੇ ਨੇ, ਸਾਧ ਬਣਾਉਣੇ ਵਾਲੇ ਨੇ। ਬਸ ਜਦੋਂ ਦਰਸ਼ਨ ਕਰਦੇ ਆ, ਮਨ ਤੇਰੀ ਬਾਣੀ ਦੇ ਵਿੱਚ ਰਚ ਮਿਚ ਜਾਂਦਾ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ।
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਖੇਰਾ ਮਨ ਜਿਨੀ ਬਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਾਮ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨ ਸਭ ਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੁਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕੌਲਾ ਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ ਅਨੰਦ ਸੁਣੋ ਬੜ ਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ